ਧੰਨ ਵਾਹਿਗੁਰੂ ਜੀਓ। ਸੇਵੀ ਲੈ ਗੋਪਾਲ ਰਾਏ, ਅਕੁਲ ਨਿਰੰਜਨ। ਭਗਤ ਦਾਨ ਦੀਜੈ, ਜਾਚਹਿ ਸੰਤ ਜਨ। ਸੇਵੀ ਲੈ ਗੋਪਾਲ ਰਾਏ, ਅਕੁਲ ਨਿਰੰਜਨ। ਭਗਤ ਦਾਨ ਦੀਜੈ, ਜਾਚਹਿ ਸੰਤ ਜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਬੜੀ ਇਕਾਗਰਤਾ ਪ੍ਰੇਮ ਸਹਿਤ ਸੱਜ ਕੇ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਰਾਹੀਂ ਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਜਿਸ ਪਾਵਨ ਸ਼ਬਦ ਦੀ ਵਿਚਾਰ ਅੱਜ ਦੇ ਸਮੇਂ ਵਿੱਚ ਇਸ ਦੀਵਾਨ ਦੇ ਅੰਦਰ ਆਪਾਂ ਕਰਨ ਦਾ ਯਤਨ ਕਰਨਾ ਹੈ, ਇਸ ਸ਼ਬਦ ਦੀ ਵਿਚਾਰ ਆਪਾਂ ਕੱਲ ਇਸੇ ਸਮੇਂ ਹੀ ਇਸ ਦੀਵਾਨ ਦੇ ਵਿੱਚ ਆਰੰਭ ਕੀਤੀ ਸੀ। ਸ਼ਬਦ ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1292 ਉੱਪਰ ਰਾਗ ਮਲਾਰ ਦੇ ਵਿੱਚ ਇਹ ਸ਼ਬਦ ਹੈ। ਪਿਛਲੇਰੇ ਵਿਚਾਰ ਦੇ ਨਾਲ ਸਾਡੀ ਥੋੜ੍ਹੀ ਜਿਹੀ ਸਾਂਝ ਬਣ ਜਾਏ, ਇਸ ਲਈ ਸੰਖੇਪ ਵਿੱਚ ਸ਼ਬਦ ਦੇ ਰਹਾਉ ਵਾਲਾ ਬੰਦ ਅਤੇ ਜਿਹੜੇ ਦੋ ਬੰਦ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰਨ ਦਾ ਯਤਨ ਕੀਤਾ, ਉਹਨਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ। ਭਗਤ ਜੀ ਮਹਾਰਾਜ ਪਰਮੇਸ਼ਰ ਦੀ ਜੋ ਪਰਿਭਾਸ਼ਾ, ਜੋ ਡੈਫੀਨੇਸ਼ਨ ਜਾਂ ਜਿਸ ਰੂਪ ਵਿੱਚ ਉਸ ਵਾਹਿਗੁਰੂ ਨੂੰ, ਜਿਸ ਨੂੰ ਉਹ ਮੰਨਦੇ ਹਨ, ਜਿਸ ਦੀ ਉਪਾਸਨਾ ਕਰਦੇ ਹਨ, ਜਿਸ ਦੀ ਭਗਤੀ ਤੇ ਬੰਦਗੀ ਕਰਦੇ ਹਨ, ਉਹ ਹੈ ਨਿਰਗੁਣ ਸਰੂਪ, ਜਿਸ ਦਾ ਕੋਈ ਖਾਸ ਰੂਪ, ਰੰਗ, ਆਕਾਰ ਨਹੀਂ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਜੰਮਦਾ ਮਰਦਾ ਨਹੀਂ, ਜੋ ਸਮੇਂ ਦੀ ਅਤੇ ਪ੍ਰਕਿਰਤੀ ਦੇ ਨਿਯਮਾਂ ਦੇ ਪ੍ਰਭਾਵ ਤੋਂ ਬਿਲਕੁਲ ਪਰੇ ਹੈ। ਨਿਰਗੁਣ ਹੈ, ਸਰਵ ਵਿਆਪੀ ਹੈ, ਘਟ ਘਟ ਵਿੱਚ ਵਿਆਪਕ ਹੈ, ਕੁਦਰਤ ਦਾ ਸਿਰਜਕ ਹੈ, ਕੁਦਰਤ ਦਾ ਪਾਲਣਹਾਰ ਹੈ। ਉਹਦਾ ਹੁਕਮ ਹਰ ਜਗ੍ਹਾ ਦੇ ਉੱਤੇ ਵਰਤ ਰਿਹਾ ਹੈ। ਸਾਰੀ ਕਾਇਨਾਤ ਵਿੱਚ ਉਸ ਦੀ ਸੱਤਾ ਲਗਾਤਾਰ ਕੰਮ ਕਰ ਰਹੀ ਹੈ। ਸਾਰੀ ਕੁਦਰਤ ਉਸ ਦੀ ਬਣਾਈ ਹੋਈ ਹੈ। ਉਹ ਸਿਰਜਣਹਾਰ ਹੈ, ਪਾਲਣਹਾਰ ਹੈ, ਨਾਸ਼ ਕਰਤਾ ਹੈ। ਉਸ ਪਰਮੇਸ਼ਰ ਅਕਾਲ ਪੁਰਖ ਦੇ ਤੁੱਲ ਦੁਨੀਆ ਦਾ ਕੋਈ ਕਰਮਕਾਂਡ, ਕੋਈ ਵੀ ਐਸਾ ਜਿਸ ਨੂੰ ਆਪਾਂ ਕਹਿ ਲਈਏ ਵੀ ਜਿਹਨੂੰ ਦੁਨੀਆ ਪੂਜਨੀਕ ਮੰਨਦੀ ਹੈ, ਉਹਦੇ ਤੁੱਲ ਨਹੀਂ ਹੈ। ਭਗਤ ਜੀ ਦੇ ਸ਼ਬਦਾਂ ਵਿੱਚ ਪਰਮੇਸ਼ਰ ਬਾਬਤ ਇਹ ਵਿਚਾਰ ਬੜੀ ਖੁੱਲ੍ਹਮ ਖੁੱਲ੍ਹਾ ਦਰਜ ਹੈ, ਬੜੀ ਵਿਆਖਿਆ ਸਹਿਤ ਦਰਜ ਹੈ। ਕਰਮਕਾਂਡੀ ਮਾਰਗ ਤੋਂ ਉਹਨਾਂ ਨੇ ਜੀਵ ਨੂੰ ਹਟ ਕੇ ਨੇਕ ਅਮਲ ਕਮਾਉਣ ਅਤੇ ਆਪਣੀ ਅੰਤਰ-ਆਤਮਾ ਨੂੰ, ਆਪਣੀ ਸੁਰਤ ਨੂੰ, ਆਪਣੇ ਹਿਰਦੇ ਨੂੰ, ਆਪਣੇ ਮਨ ਨੂੰ ਪਰਮੇਸ਼ਰੀ ਗੁਣਾਂ ਤੇ ਉਸ ਦੀ ਸੱਤਾ ਨੂੰ ਸਮਰਪਣ ਹੋਣ ਦੀ ਪ੍ਰੇਰਣਾ ਕੀਤੀ ਹੈ।
ਤੋ ਭਗਤ ਜੀ ਦੇ ਸ਼ਬਦਾਂ ਨੂੰ ਆਪਾਂ ਲੜੀਵਾਰ ਵਿਚਾਰਦੇ ਆ ਰਹੇ ਹਾਂ ਔਰ ਆਪਾਂ ਵੇਖਿਆ ਹੈ ਭਗਤ ਜੀ ਦੇ ਸ਼ਬਦਾਂ ਵਿੱਚੋਂ ਕਿਹੜੀ ਵਿਚਾਰਧਾਰਾ ਉੱਭਰ ਕੇ ਸਾਹਮਣੇ ਆਉਂਦੀ ਹੈ। ਜਿਸ ਪਾਵਨ ਸ਼ਬਦ ਨੂੰ ਆਪਾਂ ਕੱਲ ਦੇ ਦੀਵਾਨ ਤੋਂ ਵਿਚਾਰਨਾ ਆਰੰਭ ਕੀਤਾ ਹੈ, ਭਗਤ ਜੀ ਨੇ ਰਹਾਉ ਦੇ ਬੰਦ ਵਿੱਚ ਦੋਨਾਂ ਪੰਕਤੀਆਂ ਵਿੱਚ ਬਖਸ਼ਿਸ਼ ਕੀਤੀ। ਮੈਂ ਐਸੇ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਂਦਾ ਹਾਂ, ਯਾਦ ਕਰਦਾ ਹਾਂ, ਜੋ ਸਾਰੀ ਕਾਇਨਾਤ ਦਾ ਪਾਲਣਹਾਰ ਹੈ, ਹਰ ਇੱਕ ਦਾ ਧਿਆਨ ਰੱਖਣ ਵਾਲਾ ਹੈ। ਭਾਵ ਜਿਸ ਦੇ ਹੁਕਮ ਵਿੱਚ ਹੀ ਸਾਰੀ ਕਾਇਨਾਤ ਚੱਲ ਰਹੀ ਹੈ। ਪਾਲਣ ਦਾ ਮਤਲਬ ਹੁੰਦਾ ਹੈ ਉਹਦੀ ਪਰਵਰਿਸ਼ ਹੋਣੀ। ਦੂਜਾ ਸ਼ਬਦ ਉਹਨਾਂ ਨੇ ਵਰਤਿਆ, ਉਹ ਸਾਰੀ ਕੁਦਰਤ ਦਾ ਮਾਲਕ ਹੈ। ਰਾਏ ਸ਼ਬਦ ਦਾ ਅਰਥ ਹੈ ਮਾਲਕ। ਤੀਜਾ ਸ਼ਬਦ ਉਹਨਾਂ ਵਰਤਿਆ ਕੁਲ, ਜਿਸ ਦੀ ਕੋਈ ਕੁਲ, ਖਾਨਦਾਨ, ਖਾਸ ਨਸਲ, ਜ਼ਾਤ, ਇਹਨਾਂ ਚੀਜ਼ਾਂ ਵਿੱਚ ਜਿਸ ਨੂੰ ਬੰਨ੍ਹਿਆ ਨਹੀਂ ਜਾ ਸਕਦਾ। ਨਿਰੰਜਨ ਤੋਂ ਭਾਵ ਹੈ ਜਿਸ ਉੱਤੇ ਮਾਇਆ ਦੀ ਕਾਲਖ, ਜਿਸ ਵਿੱਚ ਕੋਈ ਐਬ ਨਹੀਂ, ਕੋਈ ਦੋਖ ਨਹੀਂ, ਕੋਈ ਕਮੀ ਨਹੀਂ, ਕੋਈ ਘਾਟ ਨਹੀਂ, ਕੋਈ ਔਗਣ ਨਹੀਂ, ਜੋ ਪ੍ਰਕਿਰਤੀ ਦੇ ਨਿਯਮਾਂ ਤੋਂ ਪਰੇ ਹੈ। ਭਗਤ ਦਾਨ ਦੀਜੈ ਜਾਚੈ ਸੰਤ ਜਨ, ਪਰਮੇਸ਼ਰ ਦੇ ਪਿਆਰੇ ਜਿਸ ਨੂੰ ਸਦਾ ਹੀ ਮੰਨਦੇ ਹਨ, ਧਿਆਉਂਦੇ ਹਨ ਅਤੇ ਜਿਸ ਕੋਲੋਂ ਭਗਤੀ ਦੀ ਦਾਤ ਮੰਗਦੇ ਹਨ, ਆਖਦੇ ਹਨ ਹੀ ਵਾਹਿਗੁਰੂ ਆਪਣੇ ਨਾਮ, ਆਪਣੀ ਇਬਾਦਤ ਦੀ ਦਾਤ ਬਖਸ਼ੋ। ਭਗਤ ਨਾਮਦੇਵ ਸਾਹਿਬ ਕਹਿੰਦੇ ਇਸ ਐਸੇ ਪਰਮੇਸ਼ਰ ਨੂੰ ਮੈਂ ਵੀ ਧਿਆਉਂਦਾ ਜਿਸ ਦਾ ਇਹ ਰੂਪ ਹੈ, ਜਿਸ ਦੇ ਗੁਣ ਨੇ। ਫਿਰ ਉਹਨਾਂ ਨੇ ਜੋ ਸੰਸਾਰ ਵਿੱਚ ਪ੍ਰਚਲਿਤ ਚੀਜ਼ਾਂ ਸਨ, ਸਮਾਜ ਵਿੱਚ ਜਿਨ੍ਹਾਂ ਨੂੰ ਪੂਜਿਆ ਜਾਂਦਾ ਹੈ, ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਰੱਬ ਕਹਿ ਕੇ ਸਤਕਾਰਿਆ ਜਾਂਦਾ ਹੈ, ਉਹਨਾਂ ਚੀਜ਼ਾਂ ਦੀ ਉਦਾਹਰਣ ਮਾਤਰ ਪੇਸ਼ ਕੀਤੀ। ਤੋ ਹਰ ਬੰਦ ਦੇ ਅਖੀਰ ਦੇ ਉੱਤੇ ਇੱਕ ਪੰਕਤੀ ਆਉਂਦੀ ਹੈ। ਪਹਿਲੇ ਬੰਦ ਦੇ ਅਖੀਰ ਦੇ ਉੱਤੇ ਪੰਕਤੀ ਹੈ, ਸੋ ਐਸਾ ਰਾਜਾ ਸ਼੍ਰੀ ਨਰ ਹਰੀ। ਸਾਰੇ ਜੀਵਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ, ਉਹਦਾ ਬ੍ਰਹਮੰਡੀ ਰਾਜ ਇਸ ਤਰ੍ਹਾਂ ਦਾ ਹੈ ਤੇ ਉਹ ਇਵੇਂ ਦਾ ਰਾਜ ਹੈ। ਕਿਸ ਤਰ੍ਹਾਂ ਦਾ ਹੈ ਉਹਦਾ ਬ੍ਰਹਮੰਡੀ ਰਾਜ? ਕਿੱਡੀ ਕੁ ਵੱਡੀ ਸੱਤਾ ਹੈ ਉਸ ਰਾਜਾ ਨਰਹਰੀ ਦੀ। ਫਰਮਾਉਂਦੇ ਹਨ, ਚਾਰੇ ਦਿਸ਼ਾਵਾਂ ਜਿਸ ਦੇ ਛੋਟੇ ਜਿਹੇ ਖੇਮੇ, ਛੋਟੇ ਜਿਹੇ ਤੰਬੂ, ਛੋਟੇ ਜਿਹੇ ਸ਼ਮਿਆਨੇ ਦੀਆਂ ਕਨਾਤਾਂ ਹਨ ਤੇ ਬੈਕੁੰਠ ਉਹਦੇ ਸਾਹਮਣੇ ਇਵੇਂ ਹੈ ਵੀ ਜਿਵੇਂ ਕਿਸੇ ਰਾਜੇ ਦੇ ਮਹਿਲ ਦੇ ਵਿੱਚ ਛੋਟਾ ਜਿਹਾ ਦਲਾਨ ਜਾਂ ਕਮਰਾ ਹੋਵੇ, ਹਾਲ ਹੋਵੇ, ਪੇਂਟਿੰਗਸ ਵਾਸਤੇ ਤਸਵੀਰਾਂ ਲੱਗੀਆਂ ਹੋਣ, ਚਿੱਤਰ ਲੱਗੇ ਹੋਣ। ਇੰਨੀ ਅਹਿਮੀਅਤ ਹੈ ਉਸ ਵਾਹਿਗੁਰੂ ਦੀ ਹਸਤੀ ਦੇ ਸਾਹਮਣੇ ਬੈਕੁੰਠ ਦੀ। ਸਾਰੇ ਲੋਕਾਂ ਦੇ ਵਿੱਚ ਉਹਦਾ ਹੁਕਮ ਚੱਲਦਾ ਹੈ, ਸਾਰੀ ਕਾਇਨਾਤ ਵਿੱਚ, ਭਾਵ ਬ੍ਰਹਿਮੰਡ ਦੇ ਹਰ ਹਿੱਸੇ ਵਿੱਚ। ਉਸ ਅਕਾਲ ਪੁਰਖ ਵਾਹਿਗੁਰੂ ਦੀ ਇਸ ਬ੍ਰਹਿਮੰਡੀ ਰਾਜ ਵਿੱਚ ਜਿਹੜੀ ਕੁਦਰਤ ਹੈ, ਪ੍ਰਕਿਰਤੀ ਹੈ, ਨੇਚਰ ਹੈ, ਨੇਚਰ ਦਾ ਰੁਤਬਾ ਇੱਕ ਰਾਣੀ ਵਰਗਾ ਹੈ। ਜਿਵੇਂ ਮਹਿਲ ਵਿੱਚ ਬਾਦਸ਼ਾਹ ਦੀ ਜਾਂ ਰਾਜੇ ਦੀ ਰਾਣੀ ਜਾਂ ਬੇਗਮ ਹੁੰਦੀ ਹੈ, ਔਰ ਉਸ ਦੀ ਇਹ ਕੁਦਰਤ ਕਦੇ ਵੀ ਬਜ਼ੁਰਗ ਬੁੱਢੀ ਨਹੀਂ ਹੁੰਦੀ, ਸਦਾ ਜਵਾਨ, ਸਦਾ ਨਵੀਂ ਨਕੋਰ। ਚੰਦ ਤੇ ਸੂਰਜ ਉਸ ਦੇ ਬ੍ਰਹਮੰਡੀ ਰਾਜ ਵਿੱਚ ਜਿਵੇਂ ਰਾਜੇ ਦੇ ਮਹਿਲ ਵਿੱਚ ਛੋਟੇ ਜਿਹੇ ਦੋ ਦੀਵੇ ਜਗਦੇ ਹੋਣ, ਇਸ ਤਰ੍ਹਾਂ ਨੇ। ਫਿਰ ਫਰਮਾਉਂਦੇ ਹਨ, ਜਿਹੜੀ ਮੌਤ ਕਾਲ ਹੈ, ਜਿਸ ਨੂੰ ਦੁਨੀਆ ਜਿਸ ਤੋਂ ਥਰ ਥਰ ਕੰਬਦੀ ਹੈ, ਜਿਹੜਾ ਕਾਲ ਸਭਨਾਂ ਦੇ ਸਿਰ ਕੂਕਦਾ ਹੈ, ਮੌਤ ਦਾ ਉਹ ਨਿਯਮ ਪਰਮੇਸ਼ਰ ਵਾਹਿਗੁਰੂ ਦੇ ਬ੍ਰਹਮੰਡੀ ਰਾਜ ਦੇ ਵਿੱਚ ਸਮਝੋ ਇੱਕ ਛੋਟਾ ਜਿਹਾ ਖਿਡੌਣਾ ਹੈ। ਜਿਵੇਂ ਬਾਦਸ਼ਾਹ ਨੇ ਕੋਈ ਚੀਜ਼ ਕੁਝ ਸਮੇਂ ਲਈ ਕਿਸੇ ਰਾਜੇ ਨੇ ਆਪਣੇ ਹੱਥ 'ਚ ਖੇਡਣ ਵਾਸਤੇ, ਮਨ ਪਰਚਾਉਣ ਲਈ ਰੱਖੀ ਹੋਵੇ, ਤੇ ਉਹਦੇ ਮਨ ਪਰਚਾਉਣ ਦਾ ਸਾਧਨ ਮਾਤਰ ਹੈ, ਖਿਡੌਣਾ ਮਾਤਰ ਹੈ। ਦੂਸਰੇ ਬੰਦ ਵਿੱਚ ਫਰਮਾਇਆ, ਉਹਦੇ ਅਖੀਰ ਦੇ ਉੱਤੇ ਪੰਕਤੀ ਹੈ, ਸੋ ਐਸਾ ਰਾਜਾ ਸ਼੍ਰੀ ਗੋਪਾਲ, ਸਾਰੀ ਕਾਇਨਾਤ ਦਾ ਪਾਲਣਹਾਰ ਵਾਹਿਗੁਰੂ ਏਡਾ ਵੱਡਾ ਮਹਾਰਾਜਾ ਹੈ, ਮਹਾਨ ਰਾਜਾ ਹੈ, ਔਰ ਉਹਦੇ ਬ੍ਰਹਮੰਡੀ ਰਾਜ ਵਿੱਚ ਬਾਕੀ ਚੀਜ਼ਾਂ ਦੀ ਕੀ ਭਾਈ ਅਹਿਮੀਅਤ ਹੈ। ਫਰਮਾਉਂਦੇ ਨੇ, ਚਾਂਚੈ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਮੜਾ, ਜਿਨ ਵਿਸ਼ਵ ਸੰਸਾਰ ਆਚੀ। ਦੁਨੀਆ ਕਹਿੰਦੀ ਇਹ ਬ੍ਰਹਮਾ ਨੇ ਜੋ ਚਾਰ ਮੁਖ ਵਾਲਾ ਹੈ, ਚਾਰ ਮੂੰਹਾਂ ਵਾਲਾ, ਜਿਹਨੇ ਜਗਤ ਨੂੰ ਪੈਦਾ ਕੀਤਾ,
ਭਗਤ ਜੀ ਫਰਮਾਉਂਦੇ ਉਸ ਪਰਮੇਸ਼ਰੀ ਬ੍ਰਹਮੰਡੀ ਰਾਜ ਵਿੱਚ ਜੇ ਮੈਂ ਉਹਦੀ ਹਸਤੀ ਮੇਥਣ ਲੱਗ ਪਵਾਂ ਤਾਂ ਉਹਦੀ ਹਸਤੀ ਇੰਨੀ ਕੁ ਹੈ ਜਿਵੇਂ ਕਿਸੇ ਰਾਜੇ ਦੇ ਬਾਦਸ਼ਾਹ ਦੇ ਰਾਜ ਵਿੱਚ ਭਾਂਡੇ ਘੜਨ ਵਾਲਾ, ਸੱਚੇ ਦੇ ਵਿੱਚ ਚਿੱਟਾਂ ਬਣਾਉਣ ਵਾਲਾ ਛੋਟਾ ਜਿਹਾ ਕੁਲਾਲ ਘੁਮਿਆਰ ਹੁੰਦਾ, ਮਿੱਟੀ ਦੇ ਭਾਂਡੇ ਘੜਨ ਵਾਲਾ, ਜਿਸ ਨੂੰ ਸੰਸਾਰ ਦਾ ਗੁਰੂ ਕਹਿ ਕੇ, ਪਰਲੋ ਲਿਆਉਣ ਵਾਲਾ, ਮੌਤ ਲਿਆਉਣ ਵਾਲਾ ਦੇਵਤਾ ਕਹਿ ਕੇ ਦੁਨੀਆ ਨੇ ਮੰਨਿਆ। ਭਗਤ ਜੀ ਆਖਦੇ ਨੇ ਮੇਰੇ ਪਰਮੇਸ਼ਰ ਵਾਹਿਗੁਰੂ ਦੇ ਬ੍ਰਹਮੰਡੀ ਰਾਜ ਵਿੱਚ ਉਸ ਦੀ ਹਸਤੀ ਇੱਕ ਮਸ਼ਕਰੇ ਦੀ ਨਿਆਈ ਹੈ, ਮਨ ਪਰਚਾਵਾ ਕਰਨ ਵਾਲੇ ਦੀ ਨਿਆਈ। ਪਾਪ ਤੇ ਪੁੰਨ ਜਿਹੜੇ ਹਨ, ਜਿਨ੍ਹਾਂ ਦੀ ਲੰਬੀ ਚੌੜੀ ਫਹਿਰਿਸਤ ਤੇ ਵਿਆਖਿਆ ਸ਼ਾਸਤਰਾਂ ਵਿੱਚ ਕੀਤੀ ਗਈ, ਉਹ ਮੇਰੇ ਪਰਮੇਸ਼ਰ ਦੇ ਦਵਾਰ ਦੇ ਉੱਤੇ ਦਵਾਰਪਾਲ ਨੇ, ਪਹਿਰੇਦਾਰ ਨੇ। ਪਾਪ ਪੁੰਨ ਜਾਚੈ ਡਾਂਗੀਆ ਦੁਆਰੇ ਚਿੱਤਰਗੁਪਤ ਲੇਖੀਆ। ਚਿੱਤਰਗੁਪਤ ਜਿਸ ਦੀ ਇੰਨੀ ਮਹਿਮਾ ਕੀਤੀ ਕਿ ਉਹਦਾ ਕੰਮ ਇੱਕ ਛੋਟੇ ਜਿਹੇ ਕਲਰਕ ਤੇ ਮੁਨੀਮ ਦਾ ਹੈ। ਫਿਰ ਫਰਮਾਉਂਦੇ ਹਨ ਧਰਮ ਰਾਏ ਪਰਲੀ ਪ੍ਰਤਹਾਰ ਸਵੈਸਾ ਰਾਜਾ ਸ਼੍ਰੀ ਗੋਪਾਲ। ਧਰਮ ਰਾਏ ਦੀ ਜੇ ਮੈਂ ਪਦਵੀ ਮਿਥਾਂ ਵੀ ਮੇਰੇ ਪਰਮੇਸ਼ਰ ਦੇ ਬ੍ਰਹਮੰਡੀ ਰਾਜ ਵਿੱਚ ਉਹਦੀ ਕੀ ਹਸਤੀ ਹੋ ਜੇ ਹੋਵੇ ਤਾਂ ਕੀ ਹੋਵੇ? ਪਰਲੀ ਪ੍ਰਤਹਾਰ, ਪ੍ਰਤਹਾਰ ਕਹਿੰਦੇ ਨੇ ਸੁਨੇਹਾ ਦੇਣ ਵਾਲਾ, ਸੁਨੇਹਾ ਲੈ ਕੇ ਜਾਣ ਵਾਲਾ। ਬਾਹਰ ਮਹਿਲ ਦੇ ਰਾਜ ਦਰਬਾਰ ਦੇ ਕੌਣ ਆਇਆ ਹੈ, ਉਸ ਦੀ ਖਬਰ ਸੋਏ ਬਾਦਸ਼ਾਹ ਨੂੰ ਦੇਣੀ ਤੇ ਬਾਦਸ਼ਾਹ ਦਾ ਹੁਕਮ ਬਾਹਰ ਜਾ ਕੇ ਦੱਸਣਾ। ਉਸ ਨੂੰ ਦਰਬਾਨ ਕਿਹਾ ਜਾਂਦਾ ਹੈ, ਜਿਹੜਾ ਦਰਬਾਰ ਦੀ ਖਬਰ ਬਾਹਰ ਦਿੰਦਾ ਹੈ। ਉਹਦੀ ਇੰਨੀ ਕੁ ਹਸਤੀ ਹੈ। ਯਾਨੀ ਕਿ ਭਗਤ ਜੀ ਉੱਤਮਤਾ ਕਿਹੜੀ ਚੀਜ਼ ਦੀ ਬਿਆਨ ਕਰ, ਇਹ ਵੇਖਣਾ ਹੁੰਦਾ ਹੈ। ਜਿਵੇਂ ਆਪਾਂ ਬਾਣੀ ਚੋਂ ਪੜ੍ਹਦੇ, ਰੋਜ਼ ਪੜ੍ਹਦੇ ਹਾਂ, ਇਹ ਮਹਾਰਾਜ ਦਾ ਬਚਨ ਆਪਾਂ ਸਵੇਰੇ ਜੇ ਅਸੀਂ ਨਿਤਨੇਮ ਕਰਦੇ ਹਾਂ ਤਾਂ ਜਪਜੀ ਸਾਹਿਬ ਵਿੱਚ ਵੀ ਕਰਦੇ ਹਾਂ, ਤੇ ਸ਼ਾਮ ਨੂੰ ਸੋਦਰ ਦੇ ਪਾਠ ਵਿੱਚ ਵੀ ਕਰਦੇ ਹਾਂ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲੇਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ। ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲ। ਸਾਰੇ ਸ਼ਬਦ ਨੂੰ ਪੜ੍ਹੀਏ ਧਿਆਨ ਨਾਲ। ਹੇ ਵਾਹਿਗੁਰੂ ਤੇਰਾ ਅਦਭੁਤ ਸੰਸਾਰ ਹੈ, ਇੰਨਾ ਵੱਡਾ ਸੰਸਾਰ ਹੈ। ਆਹ ਚੀਜ਼ਾਂ ਤਾਂ ਤੇਰੇ ਸਾਹਮਣੇ, ਇਹਨਾਂ ਦੀ ਸਮਰੱਥਾ ਜਿਹੜੀ ਹੈ ਇੰਨੀ ਕਹਿ ਜਿਵੇਂ ਕੋਈ ਤੈਨੂੰ ਗਾਉਣ ਵਾਲਾ ਤੇਰੇ ਦਰਵਾਜ਼ੇ ਤੇ ਖੜਾ ਹੋ। ਹੁਣ ਜਿਹੜਾ ਗਾਉਣ ਵਾਲਾ ਉਹ ਵੱਡਾ ਹੋਏਗਾ ਕਿ ਜਿਹਨੂੰ ਗਾਇਆ ਜਾ ਰਿਹਾ ਉਹ ਵੱਡਾ ਹੋਏਗਾ? ਜਿਸ ਨੂੰ ਗਾਇਆ ਜਾ ਰਿਹਾ ਹੈ ਉਹ ਵੱਡਾ ਹੈ। ਗਾਉਣ ਵਾਲਾ ਜਿਹੜਾ ਹੈ ਉਹ ਹਮੇਸ਼ਾ ਸਿਫਤ ਕਰੇਗਾ, ਤੇ ਜਿਹਦੀ ਸਿਫਤ ਕਰੇਗਾ ਵੱਡਾ ਉਹ ਹੈ। ਜਿਹੜਾ ਸਿਫਤ ਕਰਨ ਵਾਲਾ ਹੈ, ਉਹ ਸਿਫਤ ਜਿਹਦੀ ਕੀਤੀ ਜਾ ਰਹੀ ਉਹਦੇ ਤੋਂ ਵੱਡਾ ਨਹੀਂ ਹੋ ਸਕਦਾ। ਤੋ ਸਤਿਗੁਰੂ ਮਹਾਰਾਜ ਨੇ ਸਮੁੱਚੀ ਸਮਗਰ ਗੁਰਬਾਣੀ ਦੇ ਵਿੱਚ ਇੱਕ ਨਿਰੰਕਾਰ ਦੀ ਉਪਾਸਨਾ, ਉਹਦੀ ਸਮਰੱਥਾ, ਉਹਦੀ ਤਾਕਤ ਨੂੰ ਹੀ ਸਭ ਤੋਂ ਵੱਧ ਵਡਿਆਇਆ ਹੈ। ਉਹਦੇ ਹੁਕਮ ਨੂੰ ਸਭ ਤੋਂ ਉੱਚਾ ਆਖਿਆ। ਬਾਕੀ ਸਭਨਾਂ ਨੂੰ ਮਹਾਰਾਜ ਨੇ ਆਖਿਆ ਜਿਹਨੂੰ ਸੰਸਾਰ ਪਰਮੇਸ਼ਰ ਕਹਿੰਦਾ ਹੈ ਤੇ ਜਿਨ੍ਹਾਂ ਦੇ ਬਾਬਤ ਐਸੀਆਂ ਗੱਲਾਂ ਕਰਦਾ, ਉਹਨਾਂ ਦਾ ਰੁਤਬਾ ਜੇ ਮਿਥਿਆ ਵੀ ਜਾਏ ਤੇ ਇੰਨਾ ਕੁ, ਇੰਨਾ ਕੁ। ਤੋ ਤੀਸਰੇ ਬੰਦ ਦੀ ਵਿਚਾਰ ਆਪਾਂ ਸਾਂਝੀ ਕਰਦੇ ਹਾਂ। ਹਜ਼ੂਰ ਫਰਮਾਉਂਦੇ ਹਨ ਜਾਂ ਚਾਹੇ ਘਰ ਗਣ ਗੰਧਰਵ ਰਿਖੀ ਬਪੁੜੇ ਢਾਡੀਆ ਗਾਵੰਤ ਆਛੈ। ਪਰਮੇਸ਼ਰ ਵਾਹਿਗੁਰੂ ਦੇ ਬ੍ਰਹਮੰਡੀ ਘਰ ਵਿੱਚ, ਸੰਸਾਰ ਰੂਪੀ ਘਰ ਵਿੱਚ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਸਾਡੇ ਭਾਰਤੀ ਗ੍ਰੰਥਾਂ 'ਚ ਬੜਾ ਉਲੇਖ ਹੈ। ਗਣ ਪਹਿਰੇਦਾਰ ਹਨ ਸ਼ਿਵ ਜੀ ਦੇ, ਜਿਹੜੇ ਹਮੇਸ਼ਾ ਗਣੇਸ਼ ਦੀ ਸੋਭਤ ਵਿੱਚ ਰਹਿੰਦੇ। ਇਹਨਾਂ ਨੂੰ ਬੜਾ ਵਡਿਆਇਆ ਗਿਆ। ਹੁਣ ਜਿੰਨਾ ਵੱਡਾ ਕੋਈ ਦੇਵ ਹੈ, ਉਹਦੇ ਨੇੜੇ ਰਹਿਣ ਵਾਲਿਆਂ ਦੀ ਵੀ ਸਿਫਤ ਕੀਤੀ ਜਾਏਗੀ। ਗੰਧਰਵ ਉਹਨਾਂ ਸੰਗੀਤਕਾਰਾਂ ਨੂੰ ਕਿਹਾ ਹੈ, ਰਾਗੀਆਂ ਨੂੰ ਕਿਹਾ, ਜਿਹੜੇ ਇੰਦਰ ਦੇ ਦਰਬਾਰ ਵਿੱਚ ਸਵਰਗ ਲੋਕ ਵਿੱਚ ਗਾਉਂਦੇ ਹਨ। ਗੰਧਰਵ। ਰਿਖੀ, ਬਹੁਤ ਵੱਡੇ ਵੱਡੇ ਰਿਸ਼ੀ, ਕਿੰਨੇ ਕੈਸੇ ਰਿਸ਼ੀਆਂ ਦਾ ਜ਼ਿਕਰ ਆਉਂਦਾ ਹੈ ਭਾਰਤੀ ਕਲਚਰ ਵਿੱਚ, ਸੱਭਿਆ ਤੇ ਗ੍ਰੰਥਾਂ ਵਿੱਚ। ਭਗਤ ਜੀ ਫਰਮਾਉਂਦੇ ਜਿਸ ਦੇ ਬ੍ਰਹਿਮੰਡ ਰੂਪੀ ਘਰ ਵਿੱਚ ਕਿੰਨੇ ਹੀ ਖੌਰੇ ਗਾਣ ਗੰਧਰਵ ਰਿਖੀ ਹੋਏ, ਇਹਨਾਂ ਸਾਰਿਆਂ ਦਾ ਜੇ ਮੈਂ ਰੁਤਬਾ ਮਿਥਾਂ, ਮੇਰੇ ਪਰਮੇਸ਼ਰ ਦੀ ਹਸਤੀ ਦੇ ਸਾਹਮਣੇ ਇਵੇਂ ਨੇ ਜਿਵੇਂ ਕਿਸੇ ਰਾਜ ਦਰਬਾਰ ਵਿੱਚ ਗਵਈਏ ਹੁੰਦੇ ਨੇ।
ਰਾਜੇ ਦੀ, ਬਾਦਸ਼ਾਹ ਦੀ ਸਿਫਤ ਕਰਕੇ ਆਪਣਾ ਪੇਟ ਪਾਲਣ ਵਾਲੇ ਉਹ ਗਾਉਂਦੇ ਹਨ, ਸਿਫਤ ਕਰਦੇ ਹਨ, ਮਨ ਪਰਚਾਵਾ ਕਰਦੇ ਹਨ। ਬਾਦਸ਼ਾਹ ਜਦੋਂ ਖੁਸ਼ ਹੁੰਦਾ ਤਾਂ ਉਹਨਾਂ ਨੂੰ ਤਲਬ ਦਿੰਦਾ, ਤਨਖਾਹ ਦਿੰਦਾ। ਇਹਨਾਂ ਸਭਨਾਂ ਦਾ ਰੁਤਬਾ, ਰਿਸ਼ੀਆਂ ਦਾ ਰੁਤਬਾ, ਗੰਧਰਵਾਂ ਦਾ ਰੁਤਬਾ, ਗਣ ਆਦਿਕ ਲੋਕਾਂ ਦਾ ਰੁਤਬਾ, ਸਮਝੋ ਉਹਨਾਂ ਗਾ ਕੇ, ਪੇਟ ਪੂਰਤੀ ਲਈ ਗਾ ਕੇ, ਰਾਜੇ ਤੇ ਬਾਦਸ਼ਾਹ ਦੀ ਸੇਵਾ ਵਿੱਚ ਹਾਜ਼ਰੀ ਭਰ ਕੇ ਆਪਣਾ ਗੁਜ਼ਾਰਾ ਕਰਨ ਵਾਲਿਆਂ ਜਿੰਨਾ ਹੈ। ਫਿਰ ਕਹਿੰਦੇ ਨੇ ਸਰਬ ਸ਼ਾਸਤਰ ਬਹੁਰੂਪੀਆ, ਜਿਤਨੇ ਵੀ ਸ਼ਾਸਤਰ ਹਨ, ਧਰਮ ਗ੍ਰੰਥ ਹਨ, ਕਿਉਂਕਿ ਉਹ ਵੱਖਰੇ ਵੱਖਰੇ ਹਨ। ਵੇਖੋ ਸ਼ਬਦ ਕੈਸਾ ਵੱਡਾ ਹੈ, ਸਰਬ ਸ਼ਾਸਤਰ ਬਹੁਰੂਪੀਆ, 6 ਸ਼ਾਸਤਰ ਨੇ ਤੇ ਇੱਥੇ ਸ਼ਾਸਤਰ ਸ਼ਬਦ ਜਿਹੜਾ ਹੈ ਉਹ ਧਰਮ ਪੁਸਤਕਾਂ ਵਾਸਤੇ ਹੈ। 6 ਸ਼ਾਸਤਰਾਂ ਦੇ 6 ਹੀ ਲਿਖਾਰੀ ਨੇ, 6 ਹੀ ਉਹਨਾਂ ਦੇ ਨਾਂ ਨੇ ਤੇ 6 ਹੀ ਉਹਨਾਂ ਦੇ ਵੱਖਰੇ ਵੱਖਰੇ ਥਾਟ ਨੇ। ਇੱਕ ਸ਼ਾਸਤਰ ਕੁਝ ਮੰਨਦਾ ਹੈ, ਦੂਜਾ ਕੁਝ ਮੰਨਦਾ ਹੈ, ਤੀਜਾ ਕੁਝ ਮੰਨਦਾ ਹੈ, ਚੌਥਾ ਕੁਝ, ਪੰਜਵਾਂ ਕੁਝ, 6ਵਾਂ ਕੁਝ। ਕਹਿੰਦੇ ਨੇ ਸਾਰੇ ਸ਼ਾਸਤਰ ਜਿਹੜੇ ਹਨ ਉਹਨਾਂ ਦਾ ਰੁਤਬਾ ਕੀ ਹੈ ਪਰਮੇਸ਼ਰ ਦੀ ਹਸਤੀ ਦੇ ਸਾਹਮਣੇ। ਜਿਵੇਂ ਬਹਿਰੂਪੀਏ ਹੁੰਦੇ ਨੇ, ਵੱਖਰਾ ਵੱਖਰਾ ਰੂਪ ਬਣਾ ਕੇ। ਬਹਿਰੂਪੀਏ ਆਪਾਂ ਪਿੰਡਾਂ 'ਚ ਵੀ ਵੇਂਦੇ ਰਹੇ, ਆਉਂਦੇ ਮਨ ਪਰਚਾਵਾ ਕਰਨ। ਕਦੇ ਉਹਨਾਂ ਕਿਹੋ ਜਿਹਾ ਲਿਬਾਸ ਪਾ ਲੈਣਾ, ਕਿਹੋ ਜਿਹਾ ਰੂਪ ਬਣਾ ਲੈਣਾ, ਕਦੇ ਕਿਹੋ ਜਿਹਾ, ਕਦੇ ਕਿਹੋ ਜਿਹਾ, ਉਹ ਮਨ ਪਰਚਾਵਾ ਕਰਦੇ। ਕਹਿੰਦੇ ਸਾਰੇ ਸ਼ਾਸਤਰ ਜਿਹੜੇ ਨੇ ਉਹ ਸਮਝੋ ਵੀ ਮੇਰੇ ਪਰਮੇਸ਼ਰ ਵਾਹਿਗੁਰੂ ਦੇ ਮਨ ਪਰਚਾਵੇ ਲਈ ਉਹਦੇ ਬ੍ਰਹਮੰਡੀ ਘਰ ਵਿੱਚ ਬਹਿਰੂਪੀਆਂ ਵਰਗੇ ਨੇ। ਵੱਖਰੇ ਵੱਖਰੇ ਰੂਪ, ਵੱਖਰੇ ਵੱਖਰੇ ਥਾਟ, ਵੱਖਰੇ ਵੱਖਰੇ ਖਿਆਲ, ਉਹਨਾਂ ਵੱਲ ਵੇਖ ਕੇ ਵੱਖਰੇ ਵੱਖਰੇ ਦੁਨੀਆ ਕਰਮ ਕਰਦੀ ਹੈ। ਸਰਬ ਸ਼ਾਸਤਰ ਬਹੁਰੂਪੀਆ ਅਨਗਰੂਆ ਅਖਾੜਾ। ਅਨਗਰੂਆ ਦਾ ਮਤਲਬ ਬਹੁਤ ਛੋਟਾ ਹੈ। ਗਰੂਆ, ਗੁਰੂ ਸ਼ਬਦ ਜਿਹੜਾ ਹੈ ਉਹਦੇ ਨਾਲ ਅਨਗਰੂਆ, ਵੱਡੇ ਤੋਂ ਛੋਟਾ, ਯਾਨੀ ਕਿ ਲਿਮਟਡ ਜਿਹਾ, ਛੋਟਾ ਜਿਹਾ। ਜਿਵੇਂ ਹੁਣ ਬਾਦਸ਼ਾਹਾਂ ਦੇ ਅਖਾੜੇ ਹੁੰਦੇ ਸਨ ਜਿੱਥੇ ਉਹਨਾਂ ਨੇ ਜਾ ਕੇ ਪ੍ਰੈਕਟਿਸ ਕਰਨੀ ਸ਼ਸਤਰ ਵਿਦਿਆ ਦੀ, ਜਾਂ ਘੁਲਣਾ ਜਾ ਕੇ। ਕਹਿੰਦੇ ਜਿਹੜਾ ਸੰਸਾਰ ਹੈ ਨਾ, ਸਮਝੋ ਮੇਰੇ ਪਰਮੇਸ਼ਰ ਵਾਹਿਗੁਰੂ ਛੋਟਾ ਜਿਹਾ ਅਖਾੜਾ ਹੈ। ਰੰਗ ਅਖਾੜਾ ਪਾਇਓਨ, ਇੱਥੇ ਉਹ ਖੇਡਾਂ ਕਰਦਾ ਹੈ, ਇੱਥੇ ਉਹ ਹਰ ਚੀਜ਼ ਅਭਿਆਸ ਦੇ ਰੂਪ ਵਿੱਚ ਕਰਦਾ ਹੈ। ਮੰਡਲੀਕ ਬੋਲ ਬੋਲੇ ਕਾਛੇ। ਮੰਡਲੀਕ ਕਹਿੰਦੇ ਹਨ ਰਾਜਿਆਂ ਨੂੰ, ਬਾਦਸ਼ਾਹਾਂ ਨੂੰ, ਜਿਹੜੇ ਮਹਾਰਾਜੇ ਹੁੰਦੇ ਨੇ। ਮਹਾਰਾਜਿਆਂ ਦੇ ਉੱਤੇ ਵੀ, ਰਾਜਿਆਂ ਦੇ ਉੱਤੇ ਵੀ ਜਿਹੜਾ ਸਭ ਤੋਂ ਵੱਡਾ ਡਿਕਟੇਟਰ ਹੋਵੇ, ਸਭ ਤੋਂ ਵੱਡੀ ਜਿਸ ਦੀ ਪਾਇਆ ਹੋਵੇ। ਛੋਟੇ ਛੋਟੇ ਰਜਵਾੜੇ ਵੱਡੇ ਬਾਦਸ਼ਾਹ ਦੇ ਅਧੀਨ ਹੁੰਦੇ। ਤੇ ਜਿੰਨੇ ਵੀ ਸੰਸਾਰ ਦੇ ਮੰਡਲੀਕ, ਵੱਡੇ ਵੱਡੇ ਰਾਜੇ, ਬਾਦਸ਼ਾਹ, ਤਾਕਤਾਂ ਤੇ ਰਿਆਸਤਾਂ ਦੇ ਮਾਲਕ ਨੇ, ਉਹ ਮੇਰੇ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਦੇ ਬੋਲ ਬੋਲਣ ਵਾਲੇ ਇੱਕ ਛੋਟੇ ਜਿਹੇ ਭੱਟ ਨੇ। ਸਿਫਤ ਸਲਾਹ ਕਰਨ ਵਾਲੇ, ਜਿਵੇਂ ਰਾਹ ਜਾਂਦਾ ਬਾਦਸ਼ਾਹ ਹੋਵੇ ਤੇ ਲੋਕ ਆਸੇ ਪਾਸੇ ਖਲੋ ਕੇ ਉਹਦੀ ਸ਼ੋਭਾ, ਉਹਦੇ ਨਾਅਰੇ ਲਾਉਣਗੇ, ਉਹਦੇ ਨਾਂ ਦੇ, ਉਹਦੀ ਜੈ ਜੈਕਾਰ ਕਰਨ ਵਾਲੇ ਹੋਣਗੇ। ਉਹਨਾਂ ਦੀ ਔਕਾਤ ਪਰਮੇਸ਼ਰ ਬ੍ਰਹਮੰਡੀ ਰਾਜ ਦੇ ਸਾਹਮਣੇ ਇੰਨੀ ਕੁ ਹੈ। ਫਿਰ ਕਹਿੰਦੇ ਨੇ ਚੌਰ ਢੂੜ ਜਾਂਚੈ ਹੈ ਪਵਨ। ਇਹ ਜਿਹੜੀ ਹਵਾ ਹੈ, ਇਹ ਸਮਝੋ ਮੇਰੇ ਪਰਮੇਸ਼ਰ ਵਾਹਿਗੁਰੂ ਦੇ ਸੀਸ ਉੱਤੇ ਚੌਰ ਝੁਲਾ ਰਹੀ ਹੈ। ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਵਰਤਿਆ ਨਾ, ਪਵਨ ਚਵਰੋ ਕਰੇ, ਇਹ ਉਹਦਾ ਚੌਰ ਹੈ। ਚੇਰੀ ਸ਼ਕਤ ਜੀਤ ਲੈ ਭਵਨ। ਚੇਰੀ ਦਾ ਮਤਲਬ ਹੈ ਦਾਸੀ, ਸ਼ਕਤ ਮਾਇਆ। ਮਾਇਆ ਜਿਹੜੀ ਹੈ ਉਹ ਮੇਰੇ ਪਰਮੇਸ਼ਰ ਵਾਹਿਗੁਰੂ ਦੀ ਦਾਸੀ ਹੈ, ਜਿਸ ਨੇ ਸਾਰਾ ਬ੍ਰਹਮੰਡ ਜਿੱਤਿਆ ਹੋਇਆ। ਜਿਹੜੀ ਸਾਰੇ ਜਿਨ ਕੀਨੇ ਵਾਸੇ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰਾ, ਜਾ ਕੇ ਇਸ਼ਨਾਨ ਤਾਪ ਥਾਨ ਖੰਡੇ ਕਿਆਏ ਜੰਤ ਵਿਚਾਰ। ਮਹਾਰਾਜ ਬਾਣੀ ਵਿੱਚ ਕਹਿੰਦੇ ਤਿੰਨੇ ਭਵਨ, ਸਾਰੀ ਕਾਇਨਾਤ ਉੱਤੇ ਜਿਸ ਦਾ ਕੰਟਰੋਲ ਹੈ। ਜਾ ਕੇ ਇਸ਼ਨਾਨ, ਜਿਹਨੇ ਤੀਰਥ ਨਹੀਂ ਛੱਡੇ, ਤਪਸਵੀਆਂ ਦੀਆਂ ਥਾਵਾਂ ਨਹੀਂ ਬਖਸ਼ੀਆਂ, ਉਹਨਾਂ ਨੂੰ ਖੰਡਿਤ ਕਰ ਦਿੱਤਾ। ਉੱਥੇ ਵੀ ਲੋਭ ਮੋਹ ਹੰਕਾਰ ਦੀ ਮੈਲ ਹੀ ਮੈਲ ਹੈ। ਕਿਆ ਇਹ ਜੰਤ ਵਿਚਾਰਾ, ਇਕੱਲਾ ਜੀਵ ਕੀ ਬਰਾਬਰ ਹੈ? ਕੀ ਇਹਦੀ ਬਰਾਬਰੀ, ਕੀ ਮੁਕਾਬਲਾ ਕਰੇਗਾ ਇਹਦੇ ਨਾਲ? ਪ੍ਰਭ ਕੀ ਓਟ ਗਹੀ ਤੋ ਛੂਟੋ। ਬਚਦਾ ਉਹੀ ਹੈ ਜੋ ਉਹਦੀ ਮਿਹਰ ਦਾ ਪਾਤਰ ਬਣਦਾ ਹੈ। ਨਾ ਤਪੱਸਿਆ ਨਾਲ ਬਚਦਾ ਕੋਈ, ਨਾ ਤੀਰਥਾਂ ਦੇ ਇਸ਼ਨਾਨ ਨਾਲ ਬਚਦਾ ਹੈ,
क्योंकि तीर्थ जाओ तो हों करते, पंडित पूछो तो माया राते। मुगत ते माया तो भी नहीं। तो पातशाह जी इत्थे फरमाउंदे ने, अंड टूक जाचै भस्मति। ब्रह्मांड का एक हिस्सा जिहड़ा उहनूं क्या है, अंड टूक, ब्रह्मांड का छोटा जिहा हिस्सा धरती। ये धरती उहदा चुल्हा है जिथे उहदा प्रशादा तैयार हुंदा है। भस्मति कहंदे हन जमीन दे विच, जमीन दे उत्ते बनिया होया चुल्हा जिथे भस्म मिट्टी जिहड़ी है, भस्म जिहड़ी राख जिहड़ी वो बन जाती है बालण दी, जिथे भोजन पकाया जाए, भस्मति कहंदे। ये धरती उहदा चुल्हा है, सारी धरती ही उहदा चुल्हा है। ते वो जीवां दे राहीं आप पकवान भोगदा। अगे शब्द आएगा बड़ा प्यारा है, हजूर कहंदे ने, सो ऐसा राजा त्रिभवन पति, तिन्ना भवनां दा मालक पति मेरा परमेश्वर ऐसा है, ऐसा वड्डा ब्रह्मंडी राज है उहदा भी धरती दा समझो उहदे सामने एक चुल्हे दी न्याई है, जिवें किसी बादशाह दी रसोई च छोटा जिहा चुल्हा पिया होवे। ते बाकी सारियां चीज़ां जिन्हों दुनिया न्याउंदी है, जां बाकी संसार दीयां जो वड्डियां वड्डियां ताकतां समर्थावां ने, तां समझो उहदी सेवा च लगियां दासियां नौकरां वर्गियां ने। हवा उहदे सामने चौर वर्गी, जिवें सेस ते चौर हुंदा है। गण गंधर्व ऋषि जिहड़े ने उहदे सामने छोटे जे ढाडी ने, जिहड़े सिफत सलाह करके पेट पूर्ति करदे। तो माया जिहड़ी उहदी दासी है, जिन्हें सारा संसार जित्या होया। अगले बंद विच फरमाउंदे ने, जांच है घर कूरमा पाड़ सहस्र फनी बासक सेज वालुआ। कूरम मच कछ कूरम आग्या औतरासी। बाणी च पंक्ति आउंदी है, इहदा मतलब है, इत्थे भी शब्द कूरम वरते है। देवते ते दैंत रल के समुंदर रिड़क रहे सन। उन्होंने मंदराचल पर्वत नूं मधाना बना लिया ते शेष नाग नूं नेता बना लिया। हुण मंदराचल पर्वत जिहड़ा सी वो थल्ले नूं बहिंदा जावे समुंदर दे विच, उहनूं थल्ले सहारा चाहीदा सी। ते कहंदे विष्णु ने फिर कच्छू कुम्मे दा अवतार लिया, क्योंकि उहदी उतली जिहड़ी चमड़ी हुंदी है, छतरी जही उहदे जिस्म दे उत्ते, वो बड़ी हार्ड होंगी, मजबूत होंगी। वो थले जाके उन्हें सहारा दिता, तो फिर उन्होंने समुंदर नूं रिड़किया। खैर आप इस कथा च नहीं जावांगे, पर यह दसन की इस करके लोड़ पई है। उन्होंने कहते हैं कच्छू कुम्मा अवतार, कच्छ अवतार, कूरम अवतार। विष्णु ने जिन्ने रूपां च अवतार लिया, उन्होंने फिर वो वक्रे वक्रे ना, वराह सूर का अवतार भी लिया, मोहनी अवतार भी लिया। निक्कियां निक्कियां गल्लां ते भी भगवान धरती ते आ जांदा रहा। जिहड़ा काम एक सधारण बंदे तो कराया जा सकदा, उहदे लई भी धरती ते आप पहुंच जांदा रहा। वेद चोरी करके रूढ़ी च नप दिते सन ते सूर बन के उन्हां नूं कढिया। सारे ऋषि थक गए, उन्हां नूं इन्नी समझ ना पई। जिहड़े अखां मीट के त्रैकालदर्शी हो जाते सन, उन्हां नूं इन्नी समझ ना पई भी वेद कित्थे लुके ने, कित्थे लुकोए ने। ये उवें दी गल है भी अखां मीट के कोई आके भी तिन्ना भवनां दा मैनूं पता लग जाता, तो चीज़ उहदे मगर पई हो तो उहनूं पता ना लगे। अखीं तां मीटा नाग पकड़ा, ठगण कहो संसार। तो जगत विच ऐसे बहुत हैं जिहड़े दावक। गुरु नानक साहब सच्चे पातशाह के जीवन च साखी आउंदी। महाराज जिस वेले हरिद्वार गए, उत्थे एक पंडा, कलयुगी पंडा, उहदा नाम कलयुग, वो अखां मीट के लोगों को कहे भी मैं हुण इंद्रपुरी तक मेरी सुरत चली गई है, ब्रह्मपुरी ब्रह्मलोक तक मैं जानदा, मैं तुहाडे भविख दस सकदा। श्री हजूर ने भाई मरदाना जी को इशारा किया, तो वह लोटा जिहदे च लोग माया पाउंदे सन, वो लोटा चुक के वह लुका दिता। अखां खोलियां तो बड़ा क्रोधी होया, अनाप शनाप बोलन लग्या, तप गया, मेरा लोटा किने लुकोया है, मैं श्राप देंगा। महाराज उसके कोल गए, बड़े प्रेम पूर्वक महाराज ने उन्हें कहा जी तुसी तां ब्रह्मलोक तक पहुँच जाने हो, लोटा किन्नी क दूर होएगा, इत्थे नेड़े तेड़े ही होना है। जिहड़े ब्रह्म इंद्रपुरी तक दीयां गल्लां जाणदे ने अखां मीट के, कोल पिया लोटा नहीं उसनूं दसेगा, अखां मीटो ते लभ लो, तुहाडे लई तां कोई औखा ही नहीं।
ਪਾਜ ਖੁੱਲ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨੂੰ ਸਿੱਧਾ ਮਾਰਗ ਦੱਸਿਆ ਵੀ ਠੀਕ ਹੈ, ਲੋਕ ਅਗਿਆਨੀ ਹਨ, ਬੇਸਮਝ ਹਨ, ਪਰ ਕਿਸੇ ਦੀ ਬੇਸਮਝੀ ਨੂੰ ਚਤੁਰਾਈ ਦੇ ਨਾਲ ਯੂਜ਼ ਕਰਨਾ ਇਹ ਜ਼ੁਲਮ ਹੈ, ਧੱਕਾ। ਜਿਵੇਂ ਕਿਸੇ ਕਮਜ਼ੋਰ ਨੂੰ ਕੁੱਟਣਾ, ਮਾਰਨਾ, ਆਪਣੇ ਤੋਂ ਮਾੜਾ ਹੋਵੇ ਤੇ ਉਹਨੂੰ ਕੁੱਟੀ ਜਾਵੇ ਕੋਈ, ਇਹਨੂੰ ਜ਼ੁਲਮ ਹੀ ਹੈ ਨਾ ਜੀ। ਜਿਹੜਾ ਅਗਿਆਨੀ ਹੈ ਉਹਦੀ ਅਗਿਆਨਤਾ ਨੂੰ ਵਰਤ ਕੇ, ਉਹਦੀ ਅਗਿਆਨਤਾ ਨੂੰ ਬਾਲਣ ਬਣਾ ਕੇ ਤੁਸੀਂ ਆਪਣੇ ਫਾਇਦੇ ਲਈ, ਆਪਣੀ ਰੋਟੀ ਲਈ ਵਰਤੋ, ਇਹ ਵੀ ਜ਼ੁਲਮ ਹੈ, ਇਹ ਵੀ ਧੱਕਾ ਹੈ। ਵੀ ਧਰਮੀ ਬੰਦੇ ਨੂੰ ਇਹ ਸ਼ੋਭਦਾ ਨਹੀਂ। ਧਰਮੀ ਬੰਦੇ ਨੂੰ ਤਾਂ ਤਰਸ ਕਰਨਾ ਚਾਹੀਦਾ ਅਗਿਆਨੀ ਦੇ ਉੱਤੇ। ਤੇ ਜਿਹੜਾ ਧਰਮੀ ਹੈ ਉਹ ਦੂਸਰੇ ਦੀ ਅਗਿਆਨਤਾ ਦਾ ਨਜਾਇਜ਼ ਲਾਭ ਨਹੀਂ ਲਏਗਾ। ਅਗਿਆਨੀ ਬੰਦਾ ਤੇ ਵਰਤਿਆ ਜਾਂਦਾ, ਉਹਨੂੰ ਪਤਾ ਹੀ ਨਹੀਂ। ਜੇ ਉਹਨੂੰ ਪਤਾ ਹੋਵੇ ਤੇ ਉਹ ਵਿਚਾਰਾ ਇਸ ਰਾਹ ਕਿਉਂ ਪਵੇ। ਪਰ ਜਿਹੜਾ ਕਿਸੇ ਦੀ ਅਗਿਆਨਤਾ ਦਾ ਮਜ਼ਾਕ ਬਣਾਉਂਦਾ ਹੈ, ਉਹਦੀ ਅਗਿਆਨਤਾ ਨੂੰ ਵਰਤ ਕੇ ਉਸ ਮਨੁੱਖ ਨੂੰ ਹੋਰ ਕੁਰਾਹੇ ਪਾਉਂਦਾ, ਉਹ ਜ਼ੁਲਮ ਕਰਦਾ, ਧੱਕਾ ਕਰਦਾ। ਜ਼ੁਲਮ ਕਈ ਪੱਧਰ ਤੇ ਹੁੰਦਾ ਹੈ, ਇਕੱਲਾ ਫਿਜ਼ੀਕਲੀ ਹਰਟ ਕਰਨਾ ਹੀ ਜ਼ੁਲਮ ਨਹੀਂ ਹੈ। ਇਹ ਜ਼ੁਲਮ ਧਰਮ ਸਥਾਨਾਂ ਤੇ ਰੋਜ਼ ਹੁੰਦਾ ਹੈ, ਮਾਫ ਕਰਿਓ। ਬੰਦਾ ਪਹਿਲੋਂ ਹੀ ਅਗਿਆਨਤਾ ਦਾ ਗ੍ਰਹਿ, ਉਹਨੂੰ ਧਰਮ ਗ੍ਰੰਥ ਦਾ ਕੱਖ ਨਹੀਂ ਪਤਾ, ਉਹਨੂੰ ਧਰਮ ਦਾ ਨਹੀਂ ਪਤਾ। ਅੱਗੇ ਸਾਡੇ ਵਰਗੇ ਬੈਠੇ ਹੁੰਦੇ ਨੇ, ਹੁਣ ਪਾਣੀ ਫੂਕਾਂ ਮਾਰ ਮਾਰ ਦੇਈ ਜਾਂਦੇ ਨੇ, ਲਾਚੀਆਂ ਕਰ ਕਰ ਦੇਈ ਜਾਂਦੇ ਨੇ, ਧਾਗੇ ਬੰਨ ਦੇਈ ਜਾਂਦੇ ਨੇ। ਜ਼ੁਲਮ ਹੈ, ਧੱਕਾ ਹੈ। ਉਹਨੂੰ ਪਹਿਲਾਂ ਹੀ ਕੱਖ ਨਹੀਂ ਪਤਾ, ਉਹਨੂੰ ਹੋਰ ਯੂਜ਼ ਕੀਤਾ ਜਾ ਰਿਹਾ, ਉਹਦੀ ਅਗਿਆਨਤਾ ਹੋਰ ਪੱਕੀ ਕੀਤੀ ਜਾ ਰਹੀ। ਤੋ ਇਹ ਵੀ ਪੱਖ ਹੁੰਦਾ ਹੈ ਵੀ ਜੇ ਤੁਸੀਂ ਅਗਿਆਨੀ ਨੂੰ ਇਹ ਕਹੋ ਨਾ ਵੀ ਇਹ ਗਲਤ ਹੈ, ਨਹੀਂ ਕਰਨਾ, ਤਾਂ ਉਹ ਕਹੇਗਾ ਖੌਰੇ ਨੂੰ ਧਰਮ ਦਾ ਹੀ ਨਹੀਂ ਪਤਾ ਇਸ ਬੰਦੇ ਜਿਹੜਾ ਦੱਸਣ ਲੱਗਿਆ। ਹੁਣ ਤੁਸੀਂ ਅਖੰਡ ਪਾਠ ਤੇ ਸਮੱਗਰੀਆਂ ਲਿਖਦੇ ਹੋ ਨਾ, 30-35 ਚੀਜ਼ਾਂ ਲਿਖ ਦਿਓ, ਅਗਲਾ ਕਹੇਗਾ ਵੀ ਬੜੀ ਮਰਿਆਦਾ। ਤੁਸੀਂ ਕਹੋ ਨਾ ਵੀ ਸੁਣ ਲਿਓ, ਬਾਣੀ ਪੜ੍ਹਿਓ, ਆਪ ਸੁਣਿਓ, ਮਹਾਰਾਜ ਦੇ ਕੋਲ ਬੈਠਿਓ, ਤੇ ਹੋਰ ਕਿਸੇ ਲਿਸਟ ਦੀ ਲੋੜ ਨਹੀਂ। ਅਗਲੇ ਕਹਿੰਦੇ ਲੈ ਇਹਨੂੰ ਬਾਬੇ ਨੂੰ ਮਰਿਆਦਾ ਦਾ ਹੀ ਨਹੀਂ ਪਤਾ। ਅੱਛਾ, ਸਾਡੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਗੁਰੂ ਗ੍ਰੰਥ ਸਾਹਿਬ ਕੋਲ ਬਹਿਣਾ ਨਹੀਂ ਹੈ, ਖਾਨਾ ਪੂਰਤੀਆਂ ਨੇ। ਜਿੰਨਾ ਅਗਲੇ ਨੂੰ ਚੱਕਰ 'ਚ ਪਾਓ, ਓਨਾ ਹੀ ਅਗਲਾ ਤੁਹਾਨੂੰ ਚੰਗਾ ਬਾਬਾ ਮੰਨਦਾ ਹੈ ਵੀ ਵਧੀਆ ਗ੍ਰੰਥੀ ਹੈ, ਵਧੀਆ ਬਾਬਾ ਹੈ, ਵਧੀਆ ਬੰਦਾ ਹੈ। ਇਹਨੂੰ ਤਾਂ ਬੜਾ ਪਤਾ ਧਰਮ ਬਾਰੇ, ਕਿਉਂਕਿ ਅਸੀਂ ਅਗਿਆਨੀ ਹਾਂ ਤੇ ਅਗਿਆਨਤਾ ਢੋਣਾ ਸਾਨੂੰ ਚੰਗਾ ਲੱਗਦਾ ਹੈ। ਜਿੰਨਾ ਤੁਸੀਂ ਭਾਰ ਚੁਕਾਈ ਜਾਓਗੇ ਅਗਲੇ ਨੂੰ, ਅਗਲਾ ਖੁਸ਼ ਹੈ। ਥੋੜ੍ਹਾ ਜਿਹਾ ਭਾਰ ਲਾਉਣ ਦੀ ਕੋਸ਼ਿਸ਼ ਕਰੋਗੇ, ਅਗਲਾ ਆਖੇਗਾ ਇਹ ਤਾਂ ਧੱਕਾ ਕਰ ਰਿਹਾ ਮੇਰੇ ਨਾਲ, ਇਹ ਤਾਂ ਸਹੀ ਨਹੀਂ, ਇਹਨੂੰ ਤਾਂ ਪਤਾ ਹੀ ਨਹੀਂ ਧਰਮ ਦਾ। ਤੋ ਇਸੇ ਕਰਕੇ ਅਗਲਾ ਹੋਰ ਥੋੜ੍ਹਾ ਜਿਹਾ 4 ਕਿਲੋ ਭਾਰ ਹੋਰ ਰੱਖ ਦਿੰਦਾ ਵੀ ਚੱਲ ਠੀਕ ਹੈ, ਜੇ ਤੂੰ ਇਹਦੇ ਨਾਲ ਖੁਸ਼ ਆ ਤੇ ਤੁਰਿਆ ਚੱਲ। ਤੋ ਇਸ ਤਰ੍ਹਾਂ ਵੀ ਚੱਲਦਾ ਹੈ। ਤੋ ਸਤਿਗੁਰੂ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਹਨ, ਜਾ ਕੇ ਘਰ ਕੂਰਮਾ। ਕੂਰਮਾ ਦਾ ਮਤਲਬ ਹੈ ਜਿਸ ਪਰਮੇਸ਼ਰ ਵਾਹਿਗੁਰੂ ਦਾ ਪਲੰਘ ਜਿਹੜਾ ਸ਼ੇਸ਼, ਜਿਹੜਾ ਕੂਰਮ ਅਵਤਾਰ ਹੈ, ਸਮਝੋ ਵਾਹਿਗੁਰੂ ਦੇ ਇੱਕ ਮੰਜੇ ਦੇ ਬਰਾਬਰ, ਜਿਵੇਂ ਰਾਜਾ ਸੌਂਦਾ ਮੰਜੇ ਦੇ ਉੱਤੇ। ਸਹਸਰ ਫਨੀ ਬਾਸਕ ਸੇਜ ਵਾਲੂ ਹੈ, ਜਿਹੜਾ ਹਜ਼ਾਰਾਂ ਫਨਾਂ ਵਾਲਾ ਨਾਗ, ਸ਼ੇਸ਼ ਨਾਗ ਜੀ ਦੀ ਸੇਜ ਉੱਤੇ ਵਿਸ਼ਨੂੰ ਆਰਾਮ ਕਰਦਾ ਹੈ ਖਾਰੇ ਸਮੁੰਦਰ ਦੇ ਵਿੱਚ। ਉਹਦੀ ਔਕਾਤ ਇੰਨੀ ਕੁ ਹੈ ਵਾਹਿਗੁਰੂ ਦੇ ਸਾਹਮਣੇ ਵੀ ਜਿਵੇਂ ਮੰਜੇ ਦਾ ਵਾਣ ਹੁੰਦਾ ਨਾ, ਮੰਜਾ ਵਾਣ ਨਾਲ ਹੀ ਬਣਿਆ ਜਾਂਦਾ, ਨਵਾਰ ਨਾਲ ਜਾਂ ਵਾਣ ਨਾਲ, ਉਹਦੀ ਇੰਨੀ ਕੁ ਸਮਰੱਥ ਹੈ। 18 ਭਾਰ ਬਨਾਸਪਤੀ ਮਾਲਣੀ, ਤੇ ਰਾਜੇ ਦੇ ਮਹਿਲਾਂ ਦੇ ਵਿੱਚ ਤਾਜ਼ੇ ਫੁੱਲ ਲਿਆਉਣ ਵਾਲੀਆਂ ਮਾਲਣਾ ਹੁੰਦੀਆਂ ਸਨ, ਜਿਹੜੀਆਂ ਬਗੀਚੇ 'ਚ ਜਾਂਦੀਆਂ, ਤਾਜ਼ੇ ਫੁੱਲ ਤੋੜਦੀਆਂ, ਗੁਲਦਸਤੇ ਬਣਾਉਂਦੀਆਂ ਤੇ ਰਾਜੇ ਦੇ ਮਹਿਲ ਵਿੱਚ ਲੈ ਕੇ ਜਾਂਦੀਆਂ। 18 ਭਾਰ ਬਨਾਸਪਤੀ ਮਾਲਣੀ, ਜਿੰਨੀ ਬਨਸਪਤੀ ਹੈ ਸਮਝੋ ਇਹ ਮਾਲਣ ਹੈ ਵਾਹਿਗੁਰੂ ਦੇ ਦਰਬਾਰ ਦੀ, ਜਿਹੜੀ ਰੋਜ਼ ਦੀ ਤਾਜ਼ਗੀ ਉਹਨੂੰ ਖੁਦ ਬਖੁਦ ਭੇਟਾ ਕਰਦੀ। ਟਾਹਣੀ ਤੇ ਲੱਗਾ ਫੁੱਲ ਵੀ ਵਾਹਿਗੁਰੂ ਨੂੰ ਭੇਟਾ ਹੈ, ਨਵਾਂ ਨਿਕਲਿਆ ਹੋਇਆ ਤਾਜ਼ਾ ਪੱਤਾ, ਫੁੱਲ ਦੀ ਸੁਗੰਧੀ, ਹਰ ਚੀਜ਼ ਵਾਹਿਗੁਰੂ ਨੂੰ ਉੱਥੇ ਹੀ ਭੇਟਾ ਹੋ ਜਾਂਦੀ, ਕਿਉਂਕਿ ਉੱਥੇ ਵੀ ਉਹ ਮੌਜੂਦ ਹੈ। 96 ਕਰੋੜੀ ਮੇਘ ਮਾਲਾ ਪਾਣੀ ਹਾਰੀਆ, 96 ਕਰੋੜ ਬੱਦਲਾਂ ਦਾ ਜ਼ਿਕਰ ਕੀਤਾ ਹੈ ਮਜ਼ਹਬੀ ਲਿਖਾਰੀਆਂ ਨੇ। ਤੋ ਇੱਥੇ ਪ੍ਰਤੀਕ ਹੀ ਵਰਤਿਆ, ਕਹਿੰਦੇ ਜਿੰਨੇ ਬੱਦਲ ਨੇ ਨਾ, ਅਣਗਿਣਤ ਬੱਦਲ, ਜਿਵੇਂ ਬਾਦਸ਼ਾਹ ਦੇ ਮਹਿਲ ਵਿੱਚ ਪਾਣੀ ਲਿਆਉਣ ਵਾਲੇ ਨਹੀਂ ਹੁੰਦੇ, ਝੀਵਰ ਪਾਣੀ ਲਿਆਉਂਦੇ, ਪਾਣੀ ਢੋਂਦੇ ਸਨ ਘੜਿਆਂ ਦੇ ਨਾਲ, ਭਾਂਡਿਆਂ ਦੇ ਨਾਲ। ਕਹਿੰਦੇ ਨੇ ਮੇਘ ਮਾਲਾ ਪਾਣੀ ਆ ਰਹੀ ਹੈ, ਇਹ ਸਮਝੋ ਵੀ ਪਾਣੀ ਢੋਣ ਵਾਲੇ ਨੌਕਰ ਨੇ ਵਾਹਿਗੁਰੂ ਦੇ ਸਨਮੁਖ। ਨੱਕ ਪਰਸੇਵ ਜਾਚੈ ਸੁਰਸਰੀ, ਨਹੁੰ ਦੇ ਉੱਤੇ ਬੰਦੇ ਦੇ ਜਿੰਨਾ ਪਸੀਨਾ ਆਉਂਦਾ ਨਾ, ਨਹੁੰ ਦੇ ਉੱਤੇ
ਕਹਿੰਦੇ ਨੇ ਜਿੰਨੀਆਂ ਪਵਿੱਤਰ ਨਦੀਆਂ ਦੁਨੀਆ 'ਚ ਮੰਨੀਆਂ ਜਾਂਦੀਆਂ ਨੇ, ਕੀ ਗੰਗਾ, ਕੀ ਸਰਸਵਤੀ, ਕੀ ਸਰਸਵਤ, ਜਿੰਨੀਆਂ ਵੀ ਪਵਿੱਤਰ ਨਦੀਆਂ ਮੰਨੀਆਂ ਜਾਂਦੀਆਂ ਨੇ, ਇਹ ਸਮਝੋ ਮੇਰੇ ਵਾਹਿਗੁਰੂ ਦੇ ਨਾਂ ਦੇ ਉੱਤੇ ਆਇਆ ਹੋਇਆ ਪਸੀਨਾ ਮਾਤਰ ਹੈ। ਸਪਤ ਸਮੁੰਦ ਜਾਂ ਚਾਹੇ ਘੜਥਲੀ, ਜਿੱਥੇ ਘੜੇ ਭਰ ਕੇ ਰੱਖੇ ਜਾਣ ਉਹਨੂੰ ਘੜਥਲੀ ਜਾਂ ਘੜੰਜੀ ਕਹਿੰਦੇ ਸਨ। ਕਿੰਨੇ ਸਾਰੇ ਘੜੇ ਜਿੱਥੇ ਭਰੇ, ਪਿਆਓ ਬਣਿਆ ਹੁੰਦਾ ਸੀ। 7 ਸਮੁੰਦਰ ਉਸ ਵਾਹਿਗੁਰੂ ਦੀ ਕੁਦਰਤ ਵਿੱਚ ਘੜਥਲੀ ਘੜਵੰਜੀ ਜਿੰਨੀ ਸਮਰੱਥਾ ਰੱਖਦੇ ਨੇ। ਇਹਤੇ ਜੀ ਜਾਂ ਚਾਹੇ ਵਰਤਣੀ, ਜਿੰਨੇ ਜੀਵ ਨੇ ਨਾ, ਮਨੁੱਖ ਨੇ, ਜਿੰਨੇ ਵੀ ਹੋਰ ਜੀਵ ਜੰਤੂ, ਸਾਰੇ ਮਾਨੋ ਭਾਂਡੇ ਨੇ ਵਾਹਿਗੁਰੂ ਦੇ ਵਰਤਣ ਵਾਸਤੇ। ਸੋ ਐਸਾ ਰਾਜਾ ਤੇਰੇ ਭਵਨ ਧਣੀ, ਤਿੰਨਾਂ ਭਵਨਾਂ ਦਾ ਮਾਲਕ ਮੇਰਾ ਪਰਮੇਸ਼ਰ ਅਜਿਹਾ ਹੈ। ਏਡਾ ਵੱਡਾ ਉਸ ਦਾ ਬ੍ਰਹਮੰਡੀ ਪਸਾਰਾ ਹੈ ਤੇ ਇਹਨਾਂ ਸਭਨਾਂ ਚੀਜ਼ਾਂ ਦੀ ਸਮਰੱਥਾ ਉਹਦੇ ਸਾਹਮਣੇ ਇੰਨੀ ਨਿਗੁਣੀ ਹੈ, ਛੋਟੀ ਹੈ। ਫਿਰ ਫਰਮਾਉਂਦੇ ਨੇ ਜਾਂ ਚਾਹੇ ਘਰ ਨਿਕਟ ਵਰਤੀ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨੇੜੇ ਰਹਿਣ ਵਾਲੇ ਕਿਹਾ ਜਾਂਦਾ ਹੈ। ਇਹ ਭਾਈ ਉਹ ਸਾਰੇ ਅਰਜਨ, ਧਰੂ, ਪ੍ਰਹਿਲਾਦ, ਅੰਬਰੀਕ, ਨਾਰਦ, ਨੀਜੈ ਇੱਕ ਰਿਖੀ ਦਾ ਨਾਮ ਹੈ, ਸਿੱਧ, ਬੁੱਧ, ਗਾਣ, ਗੰਧਰਵ, 92 ਹੇਲਾ, 52 ਵੀਰ, ਇਹ ਸਾਰੇ ਦੇ ਸਾਰੇ ਉਸ ਵਾਹਿਗੁਰੂ ਦੇ ਏਤੇ ਜੀ ਸਗਲ ਭਗਤ ਕਹਿੰਦੇ ਨੇ। ਏਤੇ ਜੀ ਜਾਂਚੈ ਹੈ ਘਰੀ, ਇਹ ਸਾਰੇ ਜੀਵ ਉਸ ਵਾਹਿਗੁਰੂ ਦੇ ਪਰਿਵਾਰ ਵਾਂਗ ਨੇ, ਵੀ ਜਿਵੇਂ ਕਿਸੇ ਦੇ ਰਾਜ ਮਹਿਲ ਦੇ ਵਿੱਚ ਰਿਸ਼ਤੇਦਾਰ, ਸੰਬੰਧੀ ਜਾਂ ਹੋਰ ਬਾਕੀ ਲੋਕ ਵਸਦੇ ਹੋਣ। ਸਰਵ ਵਿਆਪਕ ਅੰਤਰ ਹਰੀ। ਫਿਰ ਭਗਤ ਜੀ ਨੇ ਆਪਣਾ ਮਤ ਫੇਰ ਪੇਸ਼ ਕੀਤਾ ਹੈ ਸ਼ਬਦ ਦੀ ਸਮਾਪਤੀ ਦੇ ਉੱਤੇ। ਕਹਿੰਦੇ ਮੇਰਾ ਹਰੀ ਪਰਮੇਸ਼ਰ ਸਰਵ ਵਿਆਪਕ, ਸਭਨਾ ਵਿੱਚ ਇੱਕ ਸੁਰ ਵਿਆਪਕ ਹੈ, ਸਮਾਇਆ ਹੋਇਆ ਹੈ, ਮੌਜੂਦ ਹੈ। ਪ੍ਰਣਵੈ ਨਾਮ ਦਿਓ ਤਾਚੀ ਆਣ, ਹੇ ਨਾਮ ਦਿਓ ਆਖ, ਐਸੇ ਵਾਹਿਗੁਰੂ ਦੀ ਸ਼ਰਨ ਤੇ ਓਟ ਮਨੁੱਖ ਨੂੰ ਲੈਣੀ ਚਾਹੀਦੀ ਹੈ। ਐਸੇ ਸਮਰੱਥਾਵਾਨ ਸਿਰਜਣਹਾਰ ਸਰਵ ਵਿਆਪੀ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਤੇ ਆਸਰਾ ਤੱਕਣਾ ਚਾਹੀਦਾ ਹੈ ਮਨੁੱਖ ਨੂੰ। ਸਗਲ ਭਗਤ ਜਾਚੈ ਨਿਸ਼ਾਨ, ਜਿਹੜੇ ਉਹਦੇ ਭਗਤ, ਉਹਦੇ ਪਿਆਰੇ ਨੇ, ਜਿਹੜੇ ਐਸੇ ਨਿਰਗੁਣ ਸਰੂਪ, ਸਰਵ ਵਿਆਪੀ, ਗੋਪਾਲ, ਗੋਬਿੰਦ, ਕਾਇਨਾਤ ਵਿੱਚ ਵਸੇ ਹੋਏ, ਸਮਰੱਥਾਵਾਨ, ਸਿਰਜਣਹਾਰ ਪਰਮੇਸ਼ਰ ਵਾਹਿਗੁਰੂ ਦੀ ਇਬਾਦਤ ਤੇ ਨਾਮ ਦੇ ਆਸਰੇ ਤੇ ਜੀਵਨ ਜਿਉਂਦੇ ਹਨ, ਉਹ ਸਦਾ ਵਾਹਿਗੁਰੂ ਦੇ ਨਿਸ਼ਾਨ ਥੱਲੇ ਆਪਣੀ ਜ਼ਿੰਦਗੀ ਬਸਰ ਕਰਨ। ਭਾਵ ਉਹ ਇੱਕ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਪਰਜਾ ਨਹੀਂ ਬਣਦੇ। ਉਹਨਾਂ ਲਈ ਇੱਕੋ ਹੀ ਸਮਰੱਥਾਵਾਨ ਦੁਨੀਆ ਦਾ ਮਹਾਰਾਜਾ ਹੈ, ਤ੍ਰਿਭਵਨਪਤੀ ਹੈ, ਨਰਹਰੀ ਹੈ, ਮਾਲਕ ਹੈ, ਉਹ ਅਕਾਲ। ਉਹਦੇ ਨਿਸ਼ਾਨ ਥੱਲੇ ਹੀ ਜਿਉਂਦੇ ਨੇ, ਉਹਦੇ ਤੋਂ ਬਾਗੀ ਨਹੀਂ ਹੁੰਦੇ, ਉਸ ਤੋਂ ਬਿਨਾਂ ਕਿਸੇ ਹੋਰ ਚੀਜ਼ ਦੀ ਪੂਜਾ ਨਹੀਂ ਕਰਦੇ। ਉਹ ਕੇਵਲ ਉਹਦੇ ਨਿਸ਼ਾਨ ਥੱਲੇ ਹੀ ਆਪਣੇ ਆਪ ਨੂੰ ਸਮਰਪਿਤ ਕਰਦੇ, ਸਰੈਂਡਰ ਕਰਦੇ। ਸਤਿਗੁਰੂ ਮਿਹਰ ਕਰਨ। ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਬਤ ਜੋ ਭਗਤ ਨਾਮਦੇਵ ਸਾਹਿਬ ਜੀ ਨੇ ਬੜੀ ਖੂਬਸੂਰਤ ਵਿਆਖਿਆ ਸਮੁੱਚੇ ਸ਼ਬਦ ਵਿੱਚ ਕੀਤੀ ਹੈ। ਮਹਾਰਾਜ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।